सियासत, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਹਰ ਖੇਤਰ ਦੇ ਵਿੱਚ ਮਾਰ ਮਾਰੀ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਇੰਡਸਟਰੀ ਹੋਈ ਹੈ। ਇੰਡਸਟਰੀ ਦਾ ਗ੍ਰਾਫ ਜਿਸ ਹਿਸਾਬ ਨਾਲ ਮਾਰਚ ਦੇ ਮਹੀਨੇ ਉੱਪਰ ਨੂੰ ਗਿਆ ਸੀ, ਪਰ ਮਾਰਚ ਤੋਂ ਬਾਅਦ ਹੇਠਾਂ ਵੱਲ ਨੂੰ ਆਉਂਦਾ ਗਿਆ, ਤਾਂ ਹੁਣ ਇਸ ਵੇਲੇ ਬਿਲਕੁਲ ਗ੍ਰਾਫ ਡਿੱਗਾ ਹੋਇਆ ਆ। ਗ੍ਰਾਫ ਕਦੋਂ ਉੱਪਰ ਜਾਵੇਗਾ, ਇੰਡਸਟਰੀ ਮੁੜ ਕਦੋਂ ਪੈਰਾਂ ਤੇ ਖੜੀ ਹੋਵੇਗੀ, ਇਸ ਬਾਬਤ ਗੱਲਬਾਤ ਕਰਨ ਲਈ ਕਲਸੀ ਗਰੁੱਪ ਦੇ ਡਾਇਰੈਕਟਰ ਬਰਿੰਦਰ ਸਿੰਘ ਕਲਸੀ ਸਾਡੇ ਨਾਲ ਹੈਗੇ ਆ। ਜਾਣਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਇਹਨਾਂ ਦਾ ਤਜਰਬਾ ਕਾਫੀ ਹੈ, ਇਹਨਾਂ ਦਾ ਗਰੁੱਪ ਕਾਫੀ ਪੁਰਾਣਾ ਆ। ਇਸ ਬਾਬਤ ਗੱਲਬਾਤ ਕਰਦੇ ਆ। ਕਲਸੀ ਸਾਹਿਬ, ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੇ ਉੱਪਰ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਮੈਂ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇਹ ਉਪਰਾਲਾ ਕੀਤਾ ਹੈ ਸਾਡੇ ਵਿਊਜ਼ ਨੂੰ ਲੈ ਕੇ ਆਉਣ ਦਾ ਸਾਹਮਣੇ, ਔਰ ਇਹਦੇ ਨਾਲ ਸਾਨੂੰ ਮੈਂ ਸਮਝਦਾ ਬਹੁਤ ਬੈਨੀਫਿਟ ਇਹ ਹੈ ਕਿ ਅਸੀਂ ਆਪਣੇ ਵਰਕਰਸ ਤੱਕ ਵੀ ਆਪਣੇ ਮੈਸੇਜ ਪਹੁੰਚਾ ਰਹੇ ਹਾਂ, ਔਰ ਸਾਡੇ ਗਵਰਨਮੈਂਟ ਔਰ ਐਡਮਿਨਿਸਟ੍ਰੇਸ਼ਨ ਤੱਕ ਵੀ ਬਹੁਤ ਮੈਸੇਜ ਜਾ ਰਹੇ ਨੇ। ਮੈਂ ਤੁਹਾਡੀ ਸਾਰੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ। ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਇਸ ਵੇਲੇ ਇੰਡਸਟਰੀ ਨੂੰ ਕਿੱਥੇ ਖੜਿਆ ਦੇਖਦੇ ਹੋ? ਦੇਖੋ ਜੀ, ਇੰਡਸਟਰੀ ਇਸ ਵੇਲੇ ਬਹੁਤ ਜ਼ਿਆਦਾ ਇਸ ਇੱਕ ਟਰਬਲਡ ਟਾਈਮ 'ਚੋਂ ਨਿਕਲ ਰਹੀ ਹੈ, ਔਰ ਇਹ ਸਿਰਫ ਕੋਈ ਪੰਜਾਬ ਦੀ ਜਾਂ ਇੰਡੀਆ ਦੀ ਇੰਡਸਟਰੀ ਨਹੀਂ ਹੈ। ਇਹ ਜਿਹੜੀ ਮਹਾਮਾਰੀ ਆਈ ਹੈ ਪੂਰੇ ਗਲੋਬ ਦੇ ਵਿੱਚ ਆਈ ਹੈ। ਅਸੀਂ ਇਹਨੂੰ ਬਹੁਤ ਅੱਛੇ ਢੰਗ ਦੇ ਨਾਲ ਮੈਂ ਸਮਝਦਾ ਫਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਸਾਡੀ ਗਵਰਨਮੈਂਟ, ਚਾਹੇ ਉਹ ਮੈਂ ਕੰਟਰੀ ਦੀ ਗਵਰਨਮੈਂਟ ਦੀ ਗੱਲ ਕਰ ਲਵਾਂ, ਚਾਹੇ ਸਟੇਟ ਗਵਰਨਮੈਂਟ ਦੀ ਗੱਲ ਕਰ ਲਵਾਂ, ਔਰ ਨਾਲ ਹੀ ਜਿਹੜੀ ਸਾਡੀ ਜਲੰਧਰ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਹੈ। ਮੈਂ ਜਿੰਨੀ ਵੀ ਤਾਰੀਫ ਡੀਸੀ ਸਾਹਿਬ ਦੀ ਕਰ ਲਵਾਂ, ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਕਰ ਲਵਾਂ, ਉਹ ਘੱਟ ਹੈ। ਜਿਸ ਤਰ੍ਹਾਂ ਦੇ ਨਾਲ ਇਹ ਹਰ ਇੱਕ ਚੀਜ਼ ਦਾ ਅਰੇਂਜਮੈਂਟ ਕੀਤਾ ਗਿਆ, ਚਾਹੇ ਉਹ ਫਲ ਫਰੂਟ ਸਬਜ਼ੀਆਂ, ਕਰਫਿਊ ਲਗਾ ਕੇ ਹਰ ਇੱਕ ਚੀਜ਼ ਨੂੰ ਸਿਸਟਮੈਟਿਕ ਢੰਗ ਦੇ ਨਾਲ ਮੂਵਮੈਂਟ ਕਰਨ ਦੀ ਗੱਲ ਕੀਤੀ ਗਈ ਹੈ, ਉਹ ਬਹੁਤ ਅੱਛੇ ਢੰਗ ਦੇ ਨਾਲ ਸਾਰਾ ਕੁਝ ਪਲੈਨਿੰਗ ਹੋਈ। ਹੁਣ ਜੇ ਅਸੀਂ ਗੱਲ ਕਰੀਏ ਕਿ ਇੰਡਸਟਰੀ ਦੇ ਲੈਵਲ ਨੂੰ, ਇੰਡਸਟਰੀ ਦੇ ਉੱਤੇ ਜਿਹੜਾ ਇਹ ਸੰਕਟ ਇੱਕ ਆਇਆ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਕਿ ਇੰਡਸਟਰੀ ਬਿਲਕੁਲ 22 ਤਰੀਕ ਤੋਂ ਔਨਵਰਡਸ ਬੰਦ ਪਈ ਹੈ, ਔਰ ਅਸੀਂ ਫਿਰ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਜਿਸ ਤਰ੍ਹਾਂ ਰਿਲੈਕਸੇਸ਼ਨਸ ਮਿਲੀਆਂ ਨੇ ਗਵਰਨਮੈਂਟ ਤੋਂ, ਮੇਰੇ ਖਿਆਲ ਸਾਰੇ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ ਜੀ ਇਸ ਵੇਲੇ ਲੱਗੇ ਹੋਏ ਨੇ। ਜਲੰਧਰ ਦੇ ਵਿੱਚ ਜੇ ਅਸੀਂ ਗੱਲ ਕਰੀਏ MSME ਸੈਕਟਰ ਦੇ ਵਿੱਚ ਹੀ ਸ਼ਾਇਦ ਕੋਈ 3000 ਯੂਨਿਟ ਦੇ ਆਸ-ਪਾਸ ਆਲਰੇਡੀ ਕੱਲ੍ਹ ਤੱਕ ਦੀ ਉਹਨਾਂ ਨੂੰ ਪਰਮਿਸ਼ਨਸ ਮਿਲ ਚੁੱਕੀਆਂ ਸੀ, ਜਿਹਦੇ ਨਾਲ ਤਕਰੀਬਨ ਕੋਈ 25 ਤੋਂ 30 ਹਜ਼ਾਰ ਵਰਕਰ ਨੂੰ ਦੁਬਾਰਾ ਤੋਂ ਕੰਮ 'ਤੇ ਵਾਪਸ ਆਉਣ ਲੱਗ ਪਏ ਨੇ। ਸਭ ਤੋਂ ਵੱਡਾ ਜਿਹੜਾ ਇਸ ਵੇਲੇ ਪ੍ਰੋਬਲਮ ਹੁਣ ਇੰਡਸਟਰੀ ਵਾਸਤੇ ਹੈਗੀ ਹੈ, ਉਹ ਹੈਗੀ ਹੈ ਕਿ ਅਸੀਂ ਆਪਣੇ ਪੈਰਾਂ 'ਤੇ ਦੁਬਾਰਾ ਕਿੱਦਾਂ ਖੜ੍ਹੇ ਹੋਵਾਂਗੇ ਔਰ ਕਿੰਨੀ ਜਲਦੀ ਖੜ੍ਹੇ ਹੋ ਜਾਵਾਂਗੇ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਜਿੰਨੇ ਵੀ ਇੰਡਸਟਰੀਲਿਸਟ ਹੈਗੇ ਆ, ਅਸੀਂ ਬਹੁਤ ਇੱਕ ਸਟਰੋਂਗ ਰੇਸ ਮੰਨੀ ਜਾਂਦੀ ਪੰਜਾਬ ਦੀ ਇਨ ਜਨਰਲ, ਅਤੇ ਇੰਡਸਟਰੀ ਦੇ ਵਿੱਚ ਵੀ ਅਸੀਂ ਬਹੁਤ ਉਸੇ ਤਰ੍ਹਾਂ ਹੀ ਦਰਿਆ ਦਿਲੀ ਔਰ ਸ਼ੇਰ ਦਿਲੀ ਦੇ ਨਾਲ ਕੰਮ ਕਰਦੇ ਹਾਂ। ਮੈਨੂੰ ਯਕੀਨ ਹੈ ਜੀ ਅਸੀਂ ਜਲਦੀ ਹੀ ਵਾਪਸ ਆਵਾਂਗੇ। ਸਿਰਫ ਇਹ ਹੈ ਕਿ ਸ਼ਾਇਦ ਟਾਈਮ ਜਿਹੜਾ ਹੈ 6 ਤੋਂ 8 ਮਹੀਨੇ ਦਾ ਮੈਂ ਤਾਂ ਸਮਝਦਾ ਕਿ ਅਸੀਂ ਬੈਕ ਟੂ ਨੋਰਮਲ, ਇਹਦੇ ਵਿੱਚ ਇਹ ਇੱਕ ਸਾਲ ਜਿਹੜਾ ਈਅਰ 2020 ਹੈ, ਜਾਂ ਆਪਾਂ ਫਾਈਨੈਂਸ਼ੀਅਲ ਈਅਰ 2021 ਦੀ ਗੱਲ ਕਰ ਲਈਏ, ਇਹਦੇ ਵਿੱਚ ਸਾਡੇ ਵਾਸਤੇ ਥੋੜ੍ਹੀ ਜਿਹੀ ਦਿੱਕਤਾਂ ਰਹਿਣਗੀਆਂ, ਲੇਕਿਨ ਵੀ ਹੈਵ ਟੂ ਲਰਨ ਕਿ ਅਸੀਂ ਇਹ ਜਿਹੜੀ ਮਹਾਮਾਰੀ ਹੈ, ਜਿਹੜਾ ਇਹ ਵਾਇਰਸ ਆਇਆ, ਇਹਦੇ ਨਾਲ ਅਸੀਂ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਕਿਵੇਂ ਕੰਟੀਨਿਊ ਕਰਨਾ। ਇਸ ਲੋਕਡਾਊਨ ਦੇ ਵਿੱਚ ਨੁਕਸਾਨ ਤਾਂ ਅਸੀਂ ਦੇਖ ਰਹੇ ਹਾਂ ਕਿ ਕੀ ਚੱਲ ਰਿਹਾ, ਪਰ ਜਦੋਂ ਲੋਕਡਾਊਨ ਖੁੱਲ੍ਹੇਗਾ ਉਦੋਂ ਕਿਹੜੀਆਂ ਚੁਣੌਤੀਆਂ ਤੁਸੀਂ ਦੇਖ ਰਹੇ ਹੋਗੇ? ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈਗੀ ਜੀ, ਉਹ ਅੱਜ ਦੀ ਤਰੀਕ ਦੇ ਵਿੱਚ ਲੇਬਰ ਨੂੰ ਲੈ ਕੇ ਆ। ਮੈਂ ਸਮਝਦਾ ਲੇਬਰ ਜਿਹੜੀ ਖਾਸ ਕਰਕੇ ਜਿਹੜੀ ਮਾਈਗ੍ਰੇਟਰੀ ਲੇਬਰ, ਪ੍ਰਵਾਸੀ ਲੇਬਰ ਅਸੀਂ ਗੱਲ ਕਰ ਲਈਏ, ਪ੍ਰਵਾਸੀ ਲੇਬਰ ਕੁਝ ਤਾਂ ਦੋ ਤਰੀਕੇ ਦੀ ਲੇਬਰ ਹੈ ਜੀ ਪੰਜਾਬ ਦੇ ਵਿੱਚ ਜਾਂ ਹਰ ਇੱਕ ਸਟੇਟ ਦੇ ਵਿੱਚ। ਇੱਕ ਹੈਗੀ ਹੈ ਜਿਹੜੀ ਪਰਮਾਨੈਂਟ ਇੰਡਸਟਰੀ ਦੇ ਵਿੱਚ ਕੰਮ ਕਰਦੀ ਪਈ ਹੈ, ਕਿਸੇ ਵੀ ਤਰ੍ਹਾਂ ਦੀ ਇੰਡਸਟਰੀ, ਅਤੇ ਕੁਛ ਹੈਗੀ ਹੈ ਜਿਹੜੀ ਇੱਥੇ ਡੇਲੀ ਵੇਜਰਸ ਆਪਾਂ ਕਹਿ ਸਕਦੇ ਹਾਂ। ਉਹ ਚਾਹੇ ਹੈਲਪਰਸ ਕੰਮ ਕਰ ਰਹੇ ਨੇ, ਚਾਹੇ ਉਹ ਰੇਹੜੀ ਲਗਾਉਂਦੇ ਨੇ, ਰਿਕਸ਼ਾ ਚਲਾਉਂਦੇ ਨੇ, ਦੋ ਤਰੀਕੇ ਦੇ ਹੈਗੇ ਨੇ। ਅਨਫੋਰਚੂਨੇਟਲੀ ਜੋ ਗਵਰਨਮੈਂਟ ਨੇ ਇਹ ਪਲੈਨਿੰਗ ਕੀਤੀ ਕਿ ਵੀ ਅਸੀਂ ਵਾਪਸ ਇਹਨਾਂ ਨੂੰ ਭੇਜਿਆ ਜਾਵੇ, ਉਹ ਇੱਕ ਇਸ ਤਰ੍ਹਾਂ ਦੇ ਟਾਈਮ 'ਤੇ ਕਰ ਦਿੱਤੀ ਜਿੱਥੇ ਕਿ ਨਾਲੇ ਇੰਡਸਟਰੀ ਨੂੰ ਖੋਲ੍ਹਣ ਦਾ ਫੈਸਲਾ ਲੈ ਲਿਆ ਗਿਆ ਅਤੇ ਨਾਲੇ ਉਹਨਾਂ ਨੂੰ ਵਾਪਸ ਭੇਜਣ ਲਈ ਕਹਿ ਦਿੱਤਾ ਗਿਆ। ਹੋ ਸਕਦਾ ਗਵਰਨਮੈਂਟ ਦੀਆਂ ਆਪਣੀਆਂ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਸ਼ੁਰੂ ਦੇ ਵਿੱਚ, ਲੇਕਿਨ ਮੈਂ ਫਿਰ ਵੀ ਸਮਝਦਾ, ਔਰ ਬਹੁਤ ਸਾਰੇ ਇੰਡਸਟਰੀਲਿਸਟ ਵੀ ਇਸ ਗੱਲ ਨਾਲ ਐਗਰੀ ਕਰਨਗੇ
ਕਿ ਜੇ ਇਹੀ ਕੰਮ ਉਹਨਾਂ ਨੇ April ਦੇ ਬਿਗਨਿੰਗ ਦੇ ਵਿੱਚ ਕਰ ਲਿੱਤਾ ਹੁੰਦਾ ਤਾਂ ਸ਼ਾਇਦ ਬਹੁਤ ਵਧੀਆ ਸੀ। ਹੁਣ ਵੀ ਕੋਈ ਇੱਦਾਂ ਦੀ ਗੱਲ ਨਹੀਂ ਹੈ। ਫੈਕਟਰੀਜ਼ ਖੁੱਲ੍ਹਣ ਦੇ ਨਾਲ ਲੇਬਰ ਕੁਛ ਤੇ ਰੁਕ ਗਈ ਹੈ ਜਾਣ ਤੋਂ, ਕਿਉਂਕਿ ਉਹਨਾਂ ਨੂੰ ਜਿੱਦਾਂ ਜਿੱਦਾਂ ਕੰਮ ਮਿਲਦਾ ਜਾ ਰਿਹਾ ਉਹ ਰੁਕ ਵੀ ਗਏ ਨੇ। ਕੁਛ ਲੇਬਰ ਜਿਹੜੀ ਕਿ ਮਾਰਚ ਦੇ ਵਿੱਚ ਬਿਫੋਰ ਦੀ ਲੋਕਡਾਊਨ ਗਈ ਸੀ, ਉਹ ਉੱਥੇ ਹੁਣ ਉਹਨਾਂ ਨੂੰ 2 ਮਹੀਨੇ ਹੋ ਚੁੱਕੇ ਨੇ ਔਰ ਉਹ ਫਸੇ ਹੋਏ ਨੇ, ਉਹ ਵੀ ਇੱਧਰ ਨੂੰ ਆਉਣਾ ਚਾਹੁੰਦੇ ਨੇ। ਸੋ ਮੇਰੀ ਤਾਂ ਰਿਕੁਐਸਟ ਇਹ ਹੋਏਗੀ ਗਵਰਨਮੈਂਟ ਨੂੰ ਕਿ ਵੀ ਇਹ ਜਿਹੜੀਆਂ ਟ੍ਰੇਨਾਂ ਚੱਲਦੀਆਂ ਪਈਆਂ ਇਹ ਦੋਨੋਂ ਤਰਫ ਦੀਆਂ ਚਲਾਈਆਂ ਜਾਣ, ਇੱਥੋਂ ਦੀ ਵਾਪਸ ਲੈ ਕੇ ਜਾਣ ਲਈ ਵੀ ਉਹਨਾਂ ਨੂੰ ਲੈ ਕੇ ਜਾਏ, ਜਿਹੜੇ ਉੱਧਰੋਂ ਦੀ ਇੱਧਰ ਆਉਣਾ ਚਾਹੁੰਦੇ ਨੇ ਕੰਮ ਕਰਨ ਵਾਸਤੇ ਉਹਨਾਂ ਨੂੰ ਜ਼ਰੂਰ ਇੱਥੇ ਵਾਪਸ ਲੈ ਕੇ ਆਉਣ। ਦੂਸਰਾ, ਮੈਂ ਤੁਹਾਡੀ ਗੱਲ ਰੋਕ ਰਿਹਾ, ਤੁਹਾਨੂੰ ਲੱਗਦਾ ਕਿ ਜਿਹੜੇ ਲੇਬਰ ਹੁਣ ਇੱਕਦਮ ਬਲਕ ਦੇ ਵਿੱਚ ਉੱਧਰ ਚਲੇਗੀ ਤੇ ਇਹਦਾ ਨੁਕਸਾਨ ਆਉਣ ਵਾਲੇ ਹਰ ਇੱਕ ਸੈਕਟਰ ਦੇ ਵਿੱਚ ਹੋਊਗਾ। ਤੁਹਾਨੂੰ ਲੱਗਦਾ ਕਿ ਸਰਕਾਰ ਜੇ ਲੇਬਰ ਨੂੰ ਚਾਹੁੰਦੀ ਤਾਂ ਰੋਕ ਸਕਦੀ ਸੀ? ਦੇਖੋ ਜੀ, ਇਹਦੇ ਵਿੱਚ ਮੈਂ ਇਹ ਨਹੀਂ ਕਹਾਂਗਾ ਕਿ ਸਰਕਾਰ ਨੇ ਉਹਨਾਂ ਨੂੰ ਭੇਜ ਦਿੱਤਾ ਜਾਂ ਸਰਕਾਰ ਨਹੀਂ ਰੋਕਣਾ ਚਾਹੁੰਦੀ ਸੀ। ਸਰਕਾਰ ਦਾ ਕਦੀ ਵੀ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਸੀਗਾ ਕਿ ਉਹਨਾਂ ਨੂੰ ਇੱਥੇ ਕੋਈ ਜ਼ਬਰਦਸਤੀ ਰੋਕਿਆ ਜਾਏ ਜਾਂ ਹੁਣ ਜ਼ਬਰਦਸਤੀ ਭੇਜਤਾ ਜਾਏ। ਇਹ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ, ਇੱਕ ਵਪਦਾ ਇੱਦਾਂ ਦੀ ਪੈ ਗਈ ਹੈ ਕਿ ਵੀ ਸਾਡੇ 'ਤੇ ਵਾਇਰਸ ਦੀ ਮਾਰ ਇੱਦਾਂ ਦੀ ਹੈ ਕਿ ਲੋਕਡਾਊਨ ਸੀਗਾ, ਕੰਪਲੀਟ ਲੋਕਡਾਊਨ ਸੀ, ਕੋਈ ਵੀ ਇੰਡਸਟਰੀ ਕੰਮ ਨਹੀਂ ਕਰ ਰਹੀ ਸੀਗੀ ਅਤੇ ਅਸੀਂ ਲੋਕ ਉਹਨਾਂ ਨੂੰ ਕੰਮ 'ਤੇ ਵੀ ਨਹੀਂ ਬੁਲਾ ਸਕਦੇ ਸੀ। ਜੇ ਕੋਈ ਕਵੇ ਕਿ ਜੀ ਇੰਡਸਟਰੀ ਨੇ ਉਹਨਾਂ ਨੂੰ ਸਾਹਮਣਾ ਸੀਗਾ, ਤੇ ਇੱਦਾਂ ਵੀ ਨਹੀਂ ਹੈ। ਇਹ ਇੱਕ ਸ਼ੇਅਰਡ ਰਿਸਪੌਂਸਿਬਿਲਿਟੀ ਹੈ, ਸਾਰਿਆਂ ਦੀ ਹੈ। ਅਸੀਂ ਜਦੋਂ ਫੈਕਟਰੀ ਚਲਾਉਂਦੇ ਹਾਂ ਤਾਂ ਫੈਕਟਰੀ ਡਜ਼ਨਟ ਮੀਨ ਕਿ ਮੈਂ ਉਹਦਾ ਓਨਰ ਹਾਂ ਤਾਂ ਮੇਰਾ ਹੀ ਸਭ ਕੁਝ ਹੈ। ਅਸੀਂ ਇਸ ਤਰ੍ਹਾਂ ਮੰਨ ਕੇ ਚੱਲਦੇ ਹਾਂ ਕਿ ਜਿਹੜੇ ਵਰਕਰ ਸਾਡੇ ਨਾਲ ਕੰਮ ਕਰਦੇ ਪਏ, ਸਾਡੀ ਫੈਕਟਰੀ ਉਹਨਾਂ ਦੇ ਕਰਕੇ ਹੀ ਹੈਗੀ ਹੈ। ਇਟ ਇਜ਼ ਅ ਪਾਰਟਨਰਸ਼ਿਪ, ਵਰਕਰਸ ਔਰ ਸਾਰੇ ਵਰਕਰਸ, ਸਾਰੀ ਮੈਨੇਜਮੈਂਟ, ਇਹ ਸਾਰੇ ਜਦੋਂ ਅਸੀਂ ਇਕੱਠੇ ਹੁੰਦੇ ਇੱਕ ਟੀਮ ਇਕੱਠੀ ਹੁੰਦੀ ਹੈ ਅਤੇ ਟੀਮ ਵਰਕ ਹੈਗਾ। ਤੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਜੀ ਇਹ ਫੈਕਟਰੀ ਨੇ ਨਹੀਂ ਸਾਂਭਿਆ ਆਪਣੇ ਬੰਦਿਆਂ ਨੂੰ। ਹਰ ਇੱਕ ਫੈਕਟਰੀ ਓਨਰ ਨੇ ਆਪਣੇ ਹਿਸਾਬ ਨਾਲ ਆਪਣੇ ਲੈਵਲ 'ਤੇ ਹਰ ਇੱਕ ਵਰਕਰ ਦਾ ਜਿੱਦਾਂ ਦੀ ਵੀ ਉਹ ਮਦਦ ਕਰ ਸਕਿਆ ਕੀਤੀ ਹੈ। ਗਵਰਨਮੈਂਟ ਨੇ ਵੀ ਆਪਣੇ ਵੱਲੋਂ ਜੋ ਗਵਰਨਮੈਂਟ ਕਰ ਸਕਦੀ ਸੀ ਉਹਨਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਗਿਓਂ ਵੀ ਕਰ ਰਹੀ ਹੈ। ਤੋ ਮੇਰੇ ਖਿਆਲ 'ਚ ਆਉਣ ਵਾਲੇ ਟਾਈਮ ਦੇ ਵਿੱਚ ਜੀ ਇਹ ਜਿਹੜੀ ਇੱਥੋਂ ਦੀ ਜਿਹੜੀ ਮੂਵਮੈਂਟ ਹੋ ਰਹੀ ਨਾ ਵਰਕਰਸ ਦੀ, ਇਹ ਰੁਕ ਜਾਏਗੀ। ਸਿਰਫ ਹੁਣ ਸਾਡੇ ਵਾਸਤੇ ਚੈਲੰਜ ਇਹ ਹੈ ਕਿ ਵੀ ਮਾਰਕੀਟਾਂ ਖੁੱਲ੍ਹਣ, ਮਾਰਕੀਟ ਦੇ ਵਿੱਚ ਮਾਲ ਵਿਕਣਾ ਸ਼ੁਰੂ ਹੋਵੇ, ਤਾਂ ਕਿ ਜਿਹਦੇ ਨਾਲ ਜਿਹੜਾ ਇੱਕ ਇਕੋਨਮੀ ਦਾ ਚੱਕਰ ਹੈਗਾ, ਜਿਹੜਾ ਚੱਕਾ ਇਸ ਵੇਲੇ ਜਾਮ ਹੋ ਗਿਆ ਹੋਇਆ, ਉਹ ਤਦ ਹੀ ਘੁੰਮਣਾ ਸ਼ੁਰੂ ਹੋਏਗਾ ਜਦੋਂ ਅਸੀਂ ਇਹ ਕੰਪਲੀਟ ਸਾਈਕਲ ਹੋਏਗਾ। ਉਹੀ ਗੱਲ ਹੈ ਕਿ ਜੇ ਚੇਨ ਤੁਹਾਡੀ ਫੈਕਟਰੀ ਨਾਲ ਜੁੜੀ ਉਹ ਨਹੀਂ ਖੁੱਲ੍ਹੀ ਹੋਊਗੀ ਤਾਂ ਫੈਕਟਰੀ ਖੁੱਲ੍ਹਣ ਦਾ ਕੋਈ ਫਾਇਦਾ ਨਹੀਂ ਹੋਊਗਾ। ਇਹ ਗੱਲ ਇਹ ਹੈ ਕਿ ਕਲਸੀ ਗਰੁੱਪ ਕਿੰਨੇ % ਹੁਣ ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ ਫੈਕਟਰੀਆਂ ਕਿੰਨੇ % ਚੱਲ ਰਹੀ ਹੈ ਅਤੇ ਕਿੰਨੇ % ਲੇਬਰ ਜਿਹੜੀ ਹੈ ਉਹ ਇੱਥੇ ਤੁਹਾਡੇ ਕੋਲ ਹੈ? ਅਸੀਂ ਇਸ ਵੇਲੇ ਜੀ ਲਾਸਟ ਵੀਕ ਹੀ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਅਸੀਂ ਕਿਉਂਕਿ ਗਵਰਨਮੈਂਟ ਵੱਲੋਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ, ਅਸੀਂ ਉਹਨਾਂ ਨੂੰ ਬਿਲਕੁਲ ਧਿਆਨ 'ਚ ਰੱਖਦੇ ਹੋਏ ਹਾਂ ਔਰ ਨਾਲ ਹੀ ਅਸੀਂ ਇਨਸ਼ੋਰ ਕਰਦੇ ਹੋਏ ਹਾਂ ਕਿ ਜਿੰਨੀ ਵੈਲਿਊ ਮੇਰੀ ਜਾਨ ਦੀ ਉਨੀ ਵੈਲਿਊ ਹੋਈ ਮੇਰੇ ਵਰਕਰ ਦੀ ਜਾਨ ਦੀ ਹੈ ਅਤੇ ਉਹਨਾਂ ਦੀ ਫੈਮਲੀਜ਼ ਦੀ ਵੀ। ਅਸੀਂ ਉਹਨਾਂ ਦੀ ਔਰ ਆਪਣੀ ਸੇਫਟੀ ਸਿਕਿਉਰਿਟੀ ਨੂੰ ਰੱਖਦੇ ਹੋਏ ਹਾਂ। ਰਾਈਟ ਨਾਓ ਵੀ ਆਰ ਵਰਕਿੰਗ ਐਟ ਅਬਾਊਟ 25%, ਲੇਕਿਨ ਮੈਂ ਯਕੀਨ ਨਾਲ ਕਹਿ ਸਕਦਾ ਕਿ ਵੀ ਅਗਲੇ ਹਫਤੇ ਦੇ ਵਿੱਚ ਹੀ ਅਸੀਂ ਸ਼ਾਇਦ 50% ਦੇ ਆਸ-ਪਾਸ ਅਸੀਂ ਲੇਬਰ ਨੂੰ ਜਿਹੜਾ ਆ ਵਾਪਸ ਉਹ ਕੰਮ 'ਤੇ ਆਉਣਾ ਸ਼ੁਰੂ ਹੋ ਜਾਏਗੀ। ਔਰ ਮੇਰਾ ਖਿਆਲ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਅਸੀਂ 70-80% 'ਤੇ ਆ ਜਾਵਾਂਗੇ। ਲੇਕਿਨ ਸਾਡੇ ਵਾਸਤੇ ਇੱਕ ਇਹ ਵੀ ਚੈਲੰਜ ਹੈਗਾ ਕਿ ਕੁਝ ਲੇਬਰ ਐਸੀ ਹੈ ਜਿਹੜੀ ਕਿ ਰੈੱਡ ਜ਼ੋਨ ਏਰੀਆਜ਼ ਦੇ ਵਿੱਚ ਹੈ। ਸੋ ਸਾਨੂੰ ਉਹਨਾਂ ਨੂੰ ਵੀ ਬੜਾ ਕੰਸੀਡਰ ਕਰਕੇ ਚੱਲਣਾ ਪਏਗਾ ਕਿ ਜਦ ਤੱਕ ਗਵਰਨਮੈਂਟ ਉਹਨਾਂ ਨੂੰ ਰੈੱਡ ਜ਼ੋਨ 'ਚੋਂ ਕਲੀਅਰ ਨਹੀਂ ਕਰਦੀ, ਉਹ ਲੇਬਰ ਸ਼ਾਇਦ ਸਾਡੇ ਕੋਲ ਹੱਲੇ ਫॉर ਸਮ ਟਾਈਮ ਅਸੀਂ ਨਹੀਂ ਬੁਲਾ ਪਾਵਾਂਗੇ ਉਹਨਾਂ ਨੂੰ। ਮੇਰਾ ਆਖਰੀ ਸਵਾਲ ਆ, ਤੁਹਾਡਾ ਕਾਫੀ ਲੰਬਾ ਤਜਰਬਾ ਹੈ ਇਸ ਗਰੁੱਪ ਦਾ, ਅਤੇ ਕਿੰਨਾ ਕੁ ਸਮਾਂ ਤੁਹਾਨੂੰ ਲੱਗਦਾ ਕਿ ਮੁੜ ਕੇ ਪੈਰਾਂ 'ਤੇ ਆਉਣ ਲਈ ਇੰਡਸਟਰੀ ਨੂੰ, ਮੈਂ ਇਕੱਲੇ ਤੁਹਾਡੇ ਖੇਤਰ ਦੀ ਗੱਲ ਕਰੂੰਗਾ, ਕਿ ਕਿੰਨਾ ਕੁ ਸਮਾਂ ਲੱਗ ਜੂਗਾ? ਕਿਉਂਕਿ ਇਕੋਨਮੀ ਦੇ ਵਿੱਚ ਸਭ ਤੋਂ ਵੱਧ ਜੇ ਯੋਗਦਾਨ ਹੈਗਾ ਤਾਂ ਇੰਡਸਟਰੀ ਦਾ ਆ, ਅਤੇ ਕਿੰਨਾ ਕੁ ਸਮਾਂ ਲੱਗ ਜੂਗਾ ਦੁਬਾਰਾ ਪੈਰਾਂ 'ਤੇ ਆਉਣ ਲਈ? ਦੇਖੋ, ਜੇ ਮੈਂ ਆਪਣੀ ਲਾਈਨ ਦੀ ਗੱਲ ਕਰਾਂ ਜੀ, ਤੇ ਫੋਰਚੂਨੇਟਲੀ ਪੰਜਾਬ ਜਾਂ ਇੰਡੀਆ ਦੋਨੋਂ ਹੀ ਇੱਕ ਐਗਰੀਕਲਚਰ ਇਕੋਨਮੀ ਹੈਗੀਆਂ ਨੇ। ਕੋਈ ਵੀ ਸਟੇਟ ਇੰਡੀਆ ਦੇ ਵਿੱਚ ਜਿਹੜੀ ਆ ਉਹੀ ਅੱਗੇ ਨਿਕਲੀ ਹੈ ਜਿਹੜੀ ਐਗਰੀਕਲਚਰ ਔਰ ਇੰਡਸਟਰੀ ਦਾ ਕੰਬੀਨੇਸ਼ਨ ਨੂੰ ਚੰਗੇ ਢੰਗ ਦੇ ਨਾਲ ਦੋਨੋਂ ਇੰਡਸਟਰੀਜ਼ ਨੂੰ ਚਲਾ ਸਕੇ। ਸੋ ਮੇਰੀ ਇੰਡਸਟਰੀ ਵਾਸਤੇ ਜਾਂ ਐਗਰੀਕਲਚਰ ਵਾਸਤੇ ਸਾਡਾ ਹੁਣ ਅੱਗੇ ਦੀ ਜਿਹੜਾ ਝੋਨੇ ਦਾ ਸੀਜ਼ਨ ਆਉਂਦਾ ਪਿਆ,
ਸੋ ਸੀਜ਼ਨ ਮੇਰੇ ਪ੍ਰੋਡਕਟ ਵਾਸਤੇ ਜੇ ਮੈਂ ਗੱਲ ਕਰਾਂ ਤੇ ਡਿਮਾਂਡ ਤੇ ਹੈਗੀ ਹੈ। ਦੀ ਓਨਲੀ ਪ੍ਰੋਬਲਮ ਇਜ਼ ਕਿ ਵੀ ਕੀ ਮੇਰੇ ਜਿਹੜੇ ਡੀਲਰ ਹੈਗੇ ਨੇ ਉਹ ਉਹਨਾਂ ਦੇ ਆਊਟਲੈਟਸ ਖੁੱਲ੍ਹੇ ਨੇ ਕਿ ਨਹੀਂ ਖੁੱਲ੍ਹੇ। ਇੱਕ ਚੈਲੰਜ ਜਿਹੜਾ ਸਾਨੂੰ ਆਉਂਦਾ ਪਿਆ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਦੇਖਦੇ ਪਏ ਹਾਂ, ਉਹ ਟਰਾਂਸਪੋਰਟ ਨੂੰ ਲੈ ਕੇ ਹੈਗਾ, ਟਰਾਂਸਪੋਰਟ ਆਫ ਗੁੱਡਸ ਨੂੰ। ਲੇਕਿਨ ਉਹਦੇ ਵਿੱਚ ਵੀ DC ਸਾਹਿਬ ਨੇ ਵੀ ਰਿਲੈਕਸੇਸ਼ਨ ਦਿੱਤੀਆਂ, ਮਿਨਿਸਟਰੀ ਆਫ ਹੋਮ ਅਫੇਅਰਸ, ਸੈਂਟਰ ਗਵਰਨਮੈਂਟ ਤੋਂ ਵੀ ਜਿਹੜੀਆਂ ਰਿਲੈਕਸੇਸ਼ਨ ਆਈਆਂ ਨੇ ਕਿ ਟਰਾਂਸਪੋਰਟ ਨੂੰ ਚਾਹੇ ਉਹ ਨਾਨ ਅਸੈਂਸ਼ੀਅਲ ਆਈਟਮਸ ਹੀ ਹੋਣ, ਉਹਨਾਂ ਦੀ ਟਰਾਂਸਪੋਰਟੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਰਸਤੇ ਦੇ ਵਿੱਚ ਉਹਨਾਂ ਗੱਡੀਆਂ ਨੂੰ ਤੰਗ ਨਹੀਂ ਕੀਤਾ ਜਾਏਗਾ, ਉਹਨਾਂ ਵਾਸਤੇ ਕੋਈ ਸਪੈਸ਼ਲ ਪਾਸਿਸ ਦੀ ਲੋੜ ਨਹੀਂ ਹੋਏਗੀ। ਇਹ ਇੱਕ ਬਹੁਤ ਵੱਡਾ ਰਿਲੀਫ ਮੈਂ ਸਮਝਦਾ, ਔਰ ਇਹਦੇ ਨਾਲ ਸਾਨੂੰ ਮਿਲ ਜਾਏਗਾ, ਕਾਫੀ ਬਿਜ਼ਨਸ ਮਿਲ ਜਾਣਾ ਚਾਹੀਦਾ। ਲੇਕਿਨ ਜਿਹੜਾ ਇੱਕ ਪਿਛਲਾ ਕੋਈ 40-45 ਦਿਨ ਦਾ ਜਿਹੜਾ ਸਾਡਾ ਪੀਰੀਅਡ ਗਿਆ, ਕਿਉਂਕਿ ਮੇਰੇ ਬਿਜ਼ਨਸ ਦੇ ਵਿੱਚ ਜੀ ਅਸੀਂ ਨਾਰਮਲੀ April ਤੋਂ ਸਾਡਾ ਬਿਜ਼ਨਸ ਸਾਡਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਜਾਂਦਾ। ਉਹ ਜਿਹੜੇ 40-45 ਦਿਨ ਉਹ ਸ਼ਾਇਦ ਮੈਂ ਮੇਕਅਪ ਨਹੀਂ ਕਰ ਪਾਵਾਂਗਾ ਹੱਲੇ ਵੀ, ਔਰ ਕਿਉਂਕਿ ਕੁਝ ਆਈਟਮਸ ਹੱਲੇ ਵੀ ਸਾਡੇ ਮਾਡਲਸ ਹੋ ਸਕਦਾ ਨੇ ਕੁਝ ਨੰਬਰਸ ਦੇ ਵਿੱਚ ਘੱਟ ਹੋਣ। ਮਾਡਲਸ ਤਾਂ ਤਕਰੀਬਨ ਸਾਡੇ ਕੋਲ ਸਾਰੇ ਹੀ ਸਟਾਕ ਦੇ ਵਿੱਚ ਹੈਗੇ ਨੇ, ਲੇਕਿਨ ਉਹ ਨੰਬਰਸ ਜਿੰਨੇ ਰਿਕੁਆਇਰਡ ਨੇ ਸ਼ਾਇਦ ਉਹਦੇ ਵਾਸਤੇ ਮੈਨੂੰ ਥੋੜ੍ਹਾ ਜਿਹਾ ਜਦੋਜਹਿਦ ਕਰਨੀ ਪਏਗੀ ਬੰਦਿਆਂ ਦੇ ਨਾਲ। ਵਾਪਸ ਜਿੱਦਾਂ ਜਿੱਦਾਂ ਅਸੀਂ ਟਰੈਕ 'ਤੇ ਆਵਾਂਗੇ ਉਹ ਵੀ ਅਵੇਲੇਬਲ ਹੋਣੇ ਸ਼ੁਰੂ ਹੋ ਜਾਣਗੇ। ਜੇ ਮੈਂ ਸੇਲ ਦੀ ਗੱਲ ਕਰਾਂ ਤਾਂ ਸ਼ਾਇਦ ਮੈਂ ਇਸ ਸਾਲ ਸਮਝਦਾ ਕਿ ਵੀ ਵੀ ਆਰ ਹੋਪਫੁਲ ਕਿ ਵੀ ਅਸੀਂ 70% ਦੇ ਆਸ-ਪਾਸ ਦੀ ਆਪਣੀ ਸੇਲ ਜਿਹੜੀ ਹੈ ਦੁਬਾਰਾ ਅਚੀਵ ਕਰ ਪਾਵਾਂਗੇ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ। ਧੰਨਵਾਦ ਗੱਲਬਾਤ ਕਰਨ ਲਈ। ਸੋ ਕਾਫੀ ਲੰਬਾ ਤਜਰਬਾ ਆਇਆ ਇਹਨਾਂ ਦਾ, ਕਿਉਂਕਿ ਲਗਭਗ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਗੱਲ ਕਰੀਏ ਤਾਂ ਕਲਸੀ ਗਰੁੱਪ ਹੈ ਕਿ ਇੰਨਾ ਲੰਬੇ ਸਮੇਂ ਤੋਂ ਸਰਵਾਈਵ ਕਰ ਰਿਹਾ ਹੈ। ਸੋ ਇਹਨਾਂ ਦਾ ਹਰ ਖੇਤਰ ਦੇ ਵਿੱਚ ਵਾਹ ਰਹਿੰਦਾ ਹੈ। ਤਾਂ ਗੱਲਾਂ ਜਿਹੜੀਆਂ ਨੇ ਇਹੀ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਹੁਣ ਲੋੜ ਹੈਗੀ ਹੈ, ਜਿਵੇਂ ਸਰਕਾਰੀ ਤੰਤਰ ਦੀ ਗੱਲ ਕਰ ਲਈਏ ਕਿ ਜਿਹੜੀਆਂ ਪਾਲਿਸੀਜ਼ ਇੰਡਸਟਰੀ ਲਈ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਹੁਣ ਰਿਲੀਜ਼ ਕਰ ਦੇਣਾ ਚਾਹੀਦਾ, ਕਿਉਂਕਿ ਸਭ ਤੋਂ ਵੱਧ ਜਿਵੇਂ ਕਲਸੀ ਸਾਹਿਬ ਨੇ ਵੀ ਕਿਹਾ ਕਿ ਇੰਡਸਟਰੀ ਅਤੇ ਐਗਰੀਕਲਚਰ ਦਾ ਹੀ ਇਕਨੋਮੀ ਨੂੰ ਸਭ ਤੋਂ ਵੱਧ ਦੇਣ ਆ। ਤਾਂ ਜੇਕਰ ਇਹਨਾਂ ਦੋਵਾਂ ਖੇਤਰਾਂ ਨੂੰ ਫੜ ਲਿਆ ਗਿਆ, ਇਹਨਾਂ ਦੋਵਾਂ ਖੇਤਰਾਂ ਦੀ ਬਾਂਹ ਫੜ ਲਈ ਗਈ, ਤਾਂ ਫਿਰ ਇਕਨੋਮੀ ਅਤੇ ਸਾਡਾ ਪੰਜਾਬ ਅਤੇ ਦੇਸ਼ ਮੁੜ ਤੋਂ ਲੀਹ 'ਤੇ ਆ ਸਕਦਾ ਹੈ। ਕੈਮਰਾਮੈਨ ਮੁਕੇਸ਼ ਬਾਵਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।